हाँ जी बोनी जी, किवें ਵੇਖਦੇ ਹੋ 2022 ਦੀ ਇਲੈਕਸ਼ਨ ਨੂੰ? ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ? ਤਿਆਰੀਆਂ ਦੇ ਕਿਰਪਾ ਦੇ ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਕਰਨੀ ਆ, ਇਹ ਸੰਗਤ ਨੇ ਕਰਨੀ ਆ, ਆਵਾਮ ਦਾ ਫੈਸਲਾ ਨਾ। ਪਰ ਜੋ ਬੇੜਾ ਗਰਕ ਇਹਨਾਂ 5 ਸਾਲਾਂ 'ਚ ਕਾਂਗਰਸ ਸਰਕਾਰ ਨੇ, ਪਹਿਲਾਂ ਕੈਪਟਨ ਨੇ, ਹੁਣ ਚਰਨਜੀਤ ਚੰਨੀ ਨੇ ਤੇ ਸਮੁੱਚੀ ਇਹਦੇ ਜੁੰਡਰੀ ਨੇ ਕੀਤਾ ਪੰਜਾਬ ਦਾ, ਪੰਜਾਬੀਅਤ ਦਾ, ਕਿਸਾਨੀ ਦਾ, ਜ਼ਿਮੀਂਦਾਰਾਂ ਦਾ, ਮੁਲਾਜ਼ਮਾਂ ਦਾ, ਨੌਜਵਾਨਾਂ ਦਾ, ਪਛੜੀ ਸ਼੍ਰੇਣੀਆਂ ਦਾ, ਹਰ ਵਰਗ ਦਾ ਹੀ। ਇਹ ਤੋਂ ਵੱਧ ਕੋਈ ਬੇੜਾ ਗਰਕ ਕੋਈ ਨਾ ਕੋਈ ਇਤਿਹਾਸ 'ਚ ਕਿਸੇ ਨੇ ਕੀਤਾ, ਨਾ ਕਦੀ ਹੋ ਸਕਦਾ ਹੈ। ਅਜਨਾਲੇ ਕਮੇਟੀ ਦਾ ਸਾਡੇ ਅਜਨਾਲੇ ਕਿੰਨੀ ਚਾਰ ਦੁਆਰੀ ਹੈ ਵਿੱਚ ਗਲੀਆਂ ਮਹੱਲੇ, ਜਿੱਥੇ ਕੰਮ ਖਲੋਤਾ ਤੇ ਖਲੋਤਾ ਪਿਆ, ਮਾੜੀ ਹਾਲਤ ਹੋਈ ਪਈ ਆ। ਡਿਵੈਲਪਮੈਂਟ ਇਹ ਵੋਟ ਇਹਨਾਂ ਨੇ ਪਾਉਣੀ ਕਿਹਨਾਂ ਨੇ? ਮੈਂ ਤੇ ਆਪ ਹੈਰਾਨ ਹਾਂ। ਜੋ ਕਾਂਗਰਸ ਨੇ ਕੀਤਾ ਕਿ ਆਪਣਾ ਮੁੱਖ ਮੰਤਰੀ ਬਦਲ ਦਿੱਤਾ, ਤਾਂ ਜੋ ਫੀਲਡ ਵਿੱਚ ਜੇਕਰ ਦੂਸਰੇ ਕੈਬਨਿਟ ਮੰਤਰੀ ਜਾਂ ਐਮਐਲਏ ਜਾਂਦੇ ਨੇ, ਉਹ ਇੱਕ ਵਾਰ ਮੁੜ ਵੋਟਾਂ ਲੋਕਾਂ ਕੋਲ ਮੰਗ ਸਕਣ। ਕਿਵੇਂ ਵੇਖਦੇ ਹੋ ਸਾਰੇ ਜੋ ਘਟਨਾਕ੍ਰਮ ਵਾਪਰਿਆ? ਉਹ ਇਹ ਤੇ ਨਟੰਕੀ ਪੌਣੇ 5 ਸਾਲ ਹੋ ਚੱਲੇ ਆ, ਤੇ ਕੈਪਟਨ ਨੇ ਨਟੰਕੀ ਕਰਦਾ ਫਿਰ ਜਿਹੜਾ ਹੋਣਾ ਇਹ ਉਹ ਤੋਂ ਵੱਡਾ ਨਟੰਕੀ ਬਾਜ਼ ਆ। ਇਹ ਕੋਈ ਪੰਜਾਬ ਦਾ ਦੁੱਖ ਦਰਦ ਨਹੀਂ ਇੰਨੀ। ਬੁੱਢੀ ਜੀ, ਮੈਂ ਇਹ ਸਮਝਣਾ ਚਾਹਾਂਗਾ ਕਿ ਨੁਕਸਾਨ ਆਮ ਪਬਲਿਕ ਦਾ ਇਹਦੇ ਨਾਲ ਕੀ ਨੁਕਸਾਨ ਹੋਏਗਾ? ਹੈ ਹੀ ਪੰਜਾਬ ਦੇ ਆਵਾਮ ਦਾ ਨੁਕਸਾਨ ਹੈ। ਇਹ ਭਾਵੇਂ 84 ਦਾ ਗੇੜ ਆ, ਭਾਵੇਂ 88 ਦੇ ਹੜ੍ਹਾਂ ਦਾ ਗੇੜ ਹੈ, ਬਾਰਡਰ ਦੇ ਬੈਠੇ ਆ, ਨੁਕਸਾਨ ਤੇ ਅਖੀਰ ਜਨਤਾ ਨੇ ਭੁਗਤਣਾ ਪੈਂਦਾ ਹੈ। ਇਹਦੇ ਇਸਲਾਮੀਆਂ ਆਪਣੀਆਂ ਸਲਾਮੀਆਂ ਦੇ ਕੇ ਕੁਰਸੀਆਂ ਬਚਾਉਂਦੇ ਆ, ਮੱਥਾ ਟੇਕ ਕੇ ਕੁਰਸੀਆਂ ਬਚਾ ਲੈਂਦੇ। ਇਹਨਾਂ ਨੂੰ ਕੋਈ ਪੰਜਾਬ ਦੀ ਬਿਹਤਰੀ ਦਾ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ। ਕਾਂਗਰਸ ਸਰਕਾਰ ਵੱਲੋਂ ਜਿਹੜੇ ਲਾਲ ਲਕੀਰ ਦੇ ਅੰਦਰ ਜਿੰਨੀਆਂ ਵੀ ਜਗ੍ਹਾ ਹੁੰਦੀਆਂ ਸੀ, ਉਹਨਾਂ ਨੂੰ ਜਿਹੜਾ ਆ ਰਜਿਸਟਰੀ ਜਿਹੜੀ ਆ ਉਹ ਕਰਕੇ ਕਹਿਣ ਦੀ ਗੱਲ ਕੀਤੀ ਜਾ ਰਹੀ ਹੈ। ਕਿਵੇਂ ਵੇਖਦੇ ਹੋ? ਬਹੁਤ ਚੰਗੀ ਗੱਲ ਹੈ ਕਿ ਇਹ ਵੀ ਇਹਦੇ ਕੁੰਭਕਰਨ ਦੀ ਨੀਂਦ ਉੱਠ ਖਲੋਤੇ ਆ ਕਿ ਅਸੀਂ ਹੁਣ ਵੋਟਾਂ ਦਾ ਟਾਈਮ ਆ ਗਿਆ ਕਿ ਅਸੀਂ ਰਜਿਸਟਰੀਆਂ ਕਰਕੇ ਆਪਣੀ ਸਰਕਾਰ ਬਣਾਉਣੀ। ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ, ਇਹ ਰਜਿਸਟਰੀਆਂ ਜੇ ਕਰਨੀਆਂ ਤੇ ਲੋਕਾਂ ਨੇ ਆਪਣੀ ਥਾਵਾਂ ਦੀ ਕਰਾਉਣੀਆਂ। ਇਹਨਾਂ ਨੇ ਪੰਜੇਬੋ ਤੇ ਕਿਸੇ ਦੇ ਕਰਕੇ ਤੇ ਦੇਣੀ ਹੈ। ਜੇ 15 ਕਿਲੋਮੀਟਰ ਜੇ ਇਹਨਾਂ ਕੋਈ ਇਹ ਨਹੀਂ ਰੁਕਿਆ ਤੇ 50 ਕਿਲੋਮੀਟਰ 'ਚ ਕਿਹੜਾ ਇਹਨਾਂ ਨੇ ਰੋਕ ਲੈਣਾ ਆ? ਇਹ ਤੇ ਸਿਰਫ ਇੱਕ ਆਪਣੀਆਂ CRPS ਦੀਆਂ ਜਿਹੜੀਆਂ ਧਾਰਾਵਾਂ ਨੇ, ਜਿਹਦੇ 'ਚ ਪਾਸਪੋਰਟ ਦੀਆਂ, ਹੋਰ ਲੋਕਾਂ ਨੂੰ ਹੱਸ-ਬੈਠ ਦੀਆਂ, ਇਹਨਾਂ ਨੇ ਗਵਰਨਰੀ ਰਾਜਨੀਤੀ ਇਹ ਤਿਆਰੀ ਕਰਦੇ ਪਏ। ਸਾਨੂੰ ਖਸਾ ਕਿ ਗਵਰਨਰੀ ਰਾਜ ਲਾ ਸਕਦੇ। ਜਿਹੜੀ ਕੇਂਦਰ ਸਰਕਾਰ ਆ ਉਹ ਇਸ ਨੂੰ ਜਿਹੜਾ ਪੋਸਟਪੋਨ ਕਰ ਸਕਦੀ ਹੈ, ਡਿਲੇ ਕਰਵਾ ਸਕਦੀ ਇਲੈਕਸ਼ਨ ਨੂੰ। ਮੈਂ ਤੇ ਆ ਜਿਹੜਾ BSF ਦਾ ਢਕਵਾਨ ਜੇ ਇਹਨਾਂ ਨੇ ਕੀਤਾ ਆ, ਫੇਲਿਅਰ ਆਫ ਬਾਰਡਰ ਦੇ ਜਿਹੜੀ ਸਿਕਿਉਰਿਟੀ ਦਾ ਜਿਹੜਾ ਇਹਨਾਂ ਦਾ ਢਕਵਾਨ ਜਿਹੜਾ ਰਚਿਆ, ਇਹ ਇੱਕ ਪਾਰਟ ਆਫ ਗਵਰਨਰੀ ਰਾਜ ਦਾ ਹਿੱਸਾ ਸਾਨੂੰ ਖਸਾ ਆ। ਜੇਕਰ ਗੱਲ 2022 ਦੀ ਇਲੈਕਸ਼ਨ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਔਰ ਕਿੰਨਾ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੋਗੇ ਤੁਸੀਂ? ਸ਼੍ਰੋਮਣੀ ਅਕਾਲੀ ਦਲ ਦੇ ਸਾਰ 13 ਨਕਾਤੀ ਪ੍ਰੋਗਰਾਮ ਬਣਾਇਆ, ਜਿਹੜੀਆਂ ਲੋਕ ਭਲਾਈ ਸਕੀਮਾਂ 10 ਸਾਲਾਂ 'ਚ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਹੁੰਦਿਆਂ ਹਰ ਭਾਈਚਾਰੇ ਦਾ ਆਦਰ ਮਾਣ ਸਤਿਕਾਰ ਕੀਤਾ ਗਿਆ। ਡਿਵੈਲਪਮੈਂਟ ਦੇ ਸਿਰ ਤੇ ਅਸੀਂ ਇਲੈਕਸ਼ਨ ਲੜਨੀ ਆ। ਜਿਹੜੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ। ਉਹੀ ਰਾਮ ਤੀਰਥ ਦਾ ਕੱਲ੍ਹ ਮੇਲਾ ਮਨਾਇਆ ਗਿਆ ਭਗਵਾਨ ਵਾਲਮੀਕੀ ਜੀ ਦਾ, ਉੱਥੇ ਸਫਾਈ ਦਾ ਇੰਨਾ ਮਾੜੀ ਹਾਲਤ ਹੋਈ ਪਈ ਹੈ, ਸਫਾਈ ਕਰਮਚਾਰੀ ਢਾਹਤੇ ਸਰਕਾਰ ਨੇ। 22 ਦੀ ਇਲੈਕਸ਼ਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਸਿਆਸੀ ਨੇਤਾ ਨੇ ਉਹ ਫੀਲਡ ਵਿੱਚ ਉਤਰ ਚੁੱਕੇ ਨੇ। ਸਾਡੇ ਨਾਲ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬੋਨੀ ਜੀ, ਕਿਵੇਂ ਵੇਖਦੇ ਹੋ 2022 ਦੀ ਇਲੈਕਸ਼ਨ ਨੂੰ? ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ? ਤਿਆਰੀਆਂ ਦੇ ਕਿਰਪਾ ਦੇ ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਕਰਨੀ ਆ, ਇਹ ਸੰਗਤ ਨੇ ਕਰਨੀ ਆ, ਆਵਾਮ ਦਾ ਫੈਸਲਾ ਨਾ। ਪਰ ਜੋ ਬੇੜਾ ਗਰਕ ਇਹਨਾਂ 5 ਸਾਲਾਂ 'ਚ ਕਾਂਗਰਸ ਸਰਕਾਰ ਨੇ, ਪਹਿਲਾਂ ਕੈਪਟਨ ਨੇ, ਹੁਣ ਚਰਨਜੀਤ ਚੰਨੀ ਨੇ ਤੇ ਸਮੁੱਚੀ ਇਹਦੇ ਜੁੰਡਰੀ ਨੇ ਕੀਤਾ ਪੰਜਾਬ ਦਾ, ਪੰਜਾਬੀਅਤ ਦਾ, ਕਿਸਾਨੀ ਦਾ, ਜ਼ਿਮੀਂਦਾਰਾਂ ਦਾ, ਮੁਲਾਜ਼ਮਾਂ ਦਾ, ਨੌਜਵਾਨਾਂ ਦਾ, ਪਛੜੀ ਸ਼੍ਰੇਣੀਆਂ ਦਾ, ਹਰ ਵਰਗ ਦਾ ਹੀ। ਤੇ ਇਹ ਤੋਂ ਵੱਧ ਕੋਈ ਬੇੜਾ ਗਰਕ ਕੋਈ ਨਾ ਕੋਈ ਇਤਿਹਾਸ 'ਚ ਕਿਸੇ ਨੇ ਕੀਤਾ, ਨਾ ਕਦੀ ਹੋ ਸਕਦਾ ਹੈ। ਸਵਾਏ ਲੋਕਾਂ ਨੂੰ ਲੋਲੀਪੋਪ ਦੇਣ ਤੋਂ, ਸਵਾਏ ਲੋਕਾਂ ਨੂੰ ਗੁੰਮਰਾਹ ਕਰਨ ਤੋਂ, ਡਿਵੈਲਪਮੈਂਟ ਦੇ ਨਾਲ ਹਵਾ ਮੈਨੂੰ ਨਹੀਂ ਸਮਝ ਲੱਗਦੀ ਡਿਵੈਲਪਮੈਂਟ ਕਿਹੜੀ ਧਰਤੀ ਦੀ ਕਰਦੇ ਪਏ ਹੈ। ਮੈਂ ਆਪਣੇ ਨਾਲੇ ਹਲਕੇ ਦੀ ਗੱਲ ਕਰਦਾ, ਇੱਥੋਂ ਜਿਹੜੀ ਸਾਡੀ ਸੜਕ ਨਾਲੇ ਅੰਮ੍ਰਿਤਸਰ ਜਾਂਦੀ, ਬੇੜਾ ਗਰਕ ਹੋਇਆ ਪਿਆ, ਟੋਏ ਪਏ ਲੋਕਾਂ ਦੀਆਂ ਗੱਡੀਆਂ, ਐਕਸੀਡੈਂਟ, ਮਾੜੀ ਹਾਲਤ ਹੋਈ ਪਈ ਆ। ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹ ਡਿਵੈਲਪਮੈਂਟ ਕਰਦੇ। ਨਾਲਾ ਸਾਰਾ ਪੁੱਟਿਆ ਪਿਆ। ਨਾਲੇ ਕਮੇਟੀ ਦਾ ਸਾਡੇ ਨਾਲੇ ਕਿੰਨੀ ਚਾਰ ਦੁਆਰੀ ਹੈ ਵਿੱਚ ਗਲੀਆਂ ਮਹੱਲੇ, ਜਿੱਥੇ ਕੰਮ ਖਲੋਤਾ ਤੇ ਖਲੋਤਾ ਪਿਆ, ਮਾੜੀ ਹਾਲਤ ਹੋਈ ਪਈ ਆ। ਡਿਵੈਲਪਮੈਂਟ ਇਹ ਵੋਟ ਇਹਨਾਂ ਨੇ ਪਾਉਣੀ ਕਿਹਨਾਂ ਨੇ? ਮੈਂ ਤਾਂ ਆਪ ਹੈਰਾਨ ਹਾਂ।
ਤਾਂ ਬੋਨੀ ਜੀ, ਪਰ ਜਦ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਜੋ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ, ਔਰ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਦ ਤੱਕ ਉਹ ਮੁੱਖ ਮੰਤਰੀ ਸੀ ਉਹਨਾਂ ਦੁਆਰਾ ਕਿਹਾ ਗਿਆ ਸੀ ਕਿ 90% ਜਿਹੜੇ ਅਸੀਂ ਉਹ ਵਾਅਦੇ ਪੂਰੇ ਕਰ ਲਏ ਆ, ਔਰ ਬਾਅਦ ਵਿੱਚ ਜੋ ਕਾਂਗਰਸ ਨੇ ਕੀਤਾ ਕਿ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਤਾਂ ਜੋ ਫੀਲਡ ਵਿੱਚ ਜੇਕਰ ਦੂਸਰੇ ਕੈਬਨਿਟ ਮੰਤਰੀ ਜਾਂ ਐਮਐਲਏ ਜਾਂਦੇ ਨੇ ਉਹ ਇੱਕ ਵਾਰ ਮੁੜ ਵੋਟਾਂ ਲੋਕਾਂ ਕੋਲ ਮੰਗ ਸਕਣ। ਕਿਵੇਂ ਵੇਖਦੇ ਹੋ ਸਾਰੇ ਜੋ ਘਟਨਾਕ੍ਰਮ ਵਾਪਰਿਆ? ਉਹ ਇਹ ਤੇ ਨਟੰਕੀ ਪੌਣੇ 5 ਸਾਲ ਹੋ ਚੱਲੇ ਆ ਤੇ ਕੈਪਟਨ ਨੇ ਨਟੰਕੀ ਕਰਦਾ, ਪਰ ਜਿਹੜਾ ਹੋਣਾ ਇਹ ਉਹ ਤੋਂ ਵੱਡਾ ਨਟੰਕੀ ਬਾਜ਼ ਆ। ਇਹ ਕੋਈ ਪੰਜਾਬ ਦਾ ਦੁੱਖ ਦਰਦ ਨਹੀਂ ਇੰਨੀ ਉਹੋ ਹੀ ਕਰਪਟ ਮੰਤਰੀ ਨੇ ਫਿਰ ਵਿੱਚ ਆਪਣੇ ਸੈਂਡ ਮਾਫੀਆ ਵਾਲੇ ਜਿੰਨੇ ਵੀ ਮਾਫੀਆ ਹੈਗੇ ਉਹੋ ਹੀ ਮੰਤਰੀ ਨੇ ਫਿਰ ਭਰਤੀ ਕੀਤੇ ਆ। ਤੇ ਇਹਨਾਂ ਨੂੰ ਤਾਂ ਸਵਾਏ ਦਿੱਲੀ ਦਰਬਾਰ ਮੱਥਾ ਟੇਕਣ ਤੋਂ ਡਿਵੈਲਪਮੈਂਟ, ਇਹਨਾਂ ਪੰਜਾਬ ਦਾ ਦਰਦ ਹੀ ਨਹੀਂ। ਮੈਂ ਤਾਂ ਕਹਿੰਦਾ ਸਵਾਏ ਦਿੱਲੀ ਦਰਬਾਰ 'ਚ ਮੱਥਾ ਟੇਕਣ ਤੋਂ ਸਵਾਏ ਇਹਨਾਂ ਨੂੰ ਕੰਮ ਹੀ ਨਹੀਂ ਹੈ। ਕਦੀ ਕੋਈ ਰੁੱਸ ਪੈਂਦਾ, ਕਦੀ ਕੋਈ ਮਨਾ ਲੈਂਦੇ, ਕਦੀ ਕੋਈ ਆਪੇ ਜਵਾ ਲੈਂਦੇ, ਆਪੇ ਮਰਾ ਲੈਂਦੇ। ਕੋਈ ਡਿਵੈਲਪਮੈਂਟ ਦਾ ਇਹਨਾਂ ਨੂੰ ਕੰਮ ਕਰਨ ਦਾ, ਪੰਜਾਬ ਦੀ ਬਿਹਤਰੀ ਕਰਨ ਵਾਲੇ ਤੁਰਦੇ ਹੀ ਨਹੀਂ ਹੈਗੇ। ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵਾਰ ਫਿਰ ਮੁੜ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ ਹੈ ਕਿ ਜਿਹੜੇ ਜ਼ਰੂਰੀ ਕੰਮ ਹੈਗੇ ਨੇ ਉਹ ਜਲਦ ਪੂਰੇ ਕੀਤੇ ਜਾਣ। ਇਹ ਨਵਜੋਤ ਸਿੰਘ ਸਿੱਧੂ ਜਾਣ, ਮੈਂ ਅੱਗੇ ਹੀ ਕਹਿੰਦਾ ਪਿਆ, ਸਵਾਏ ਦਿੱਲੀ ਦਰਬਾਰ 'ਚੋਂ ਹਾਜ਼ਰੀ ਭਰਨ ਤੋਂ ਸਵਾਏ ਇਹਨਾਂ ਦਾ ਕੋਈ ਕੰਮ ਨਹੀਂ। ਇਹ ਇਸ ਤਰ੍ਹਾਂ ਹੀ ਮੱਥਾ ਟੇਕਦੇ ਹੀ ਇਹਨਾਂ ਦੇ ਟਾਈਮ ਨਿਕਲ ਜਾਣੇ ਆ। ਇਹ ਲੋਕਾਂ ਨੇ ਇਹਦਾ ਬੋਰੀ ਬਿਸਤਰਾ ਗੋਲ ਕਰਕੇ ਘਰ ਨੂੰ ਤੋਰ ਦੇਣਾ। ਲੋਕਾਂ ਨੂੰ ਨਾ ਕਿਸੇ ਨੂੰ ਪੈਨਸ਼ਨ ਮਿਲੀ, ਨਾ ਕਿਸੇ ਨੂੰ ਕੋਈ ਸਗਨ ਸਕੀਮਾਂ ਮਿਲੀਆਂ, ਨਾ ਕੋਈ ਸਕਾਲਰਸ਼ਿਪ ਮਿਲੇ ਜਿਹੜੇ ਸਾਡੇ ਪਛੜੇ ਬੱਚੇ ਐਸਸੀ ਬੱਚੇ ਸੀ ਉਹਨਾਂ ਨੂੰ, ਨਾ ਕੋਈ ਡਿਵੈਲਪਮੈਂਟ ਦਾ ਕੰਮ ਹੋਇਆ ਸਵਾਏ ਠੱਗੀ ਤੋਂ। ਹਾਂ ਇੰਨਾ ਜ਼ਰੂਰ ਹੋਇਆ ਕਿ 50 ਕਿਲੋਮੀਟਰ ਜਿਹੜਾ ਏਰੀਆ ਅਸੀਂ ਗਵਰਨਰੀ ਰਾਜ ਲਾਉਣ 'ਚ ਸੈਂਟਰ ਨੂੰ BSF ਨੂੰ ਇਹਨਾਂ ਨੇ ਦੇ ਦਿੱਤਾ, ਬੇੜਾ ਗਰਕ ਕਰਤਾ ਇਸ ਚੰਨੀ ਸਰਕਾਰ ਨੇ ਕਿ ਇਹਨਾਂ ਨੇ ਦੇਣਾ ਕੀ ਸੀ, ਜਿਹੜੀਆਂ ਲੋਕ ਢਾਂਚੇ ਦੀਆਂ, ਜਿਹੜੀਆਂ ਡੈਮੋਕ੍ਰੇਸੀ ਦੀਆਂ, ਜਿਹੜੀਆਂ ਸਟੇਟ ਦੀਆਂ ਪਾਵਰਾਂ ਸੀ ਉਹ ਵੀ ਡੈਲੀਗੇਟ ਕਰਕੇ ਮੱਥਾ ਟੇਕ ਆਏ ਜਾ ਕੇ ਦਿੱਲੀ ਦਰਬਾਰ 'ਚ। ਤੁਸੀਂ ਵੇਖੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਮਿਲਦਾ ਤੇ 2 ਦਿਨ ਬਾਅਦ ਇਹ ਜਾ ਕੇ ਮਿਲਦਾ। ਜਿਹੜੀ 15 ਕਿਲੋਮੀਟਰ ਦੀ BSF ਦੀ ਆ ਉਹ ਪਾਵਰ ਜਿਹੜੀ ਆ ਉਹ 50 ਕਿਲੋਮੀਟਰ 'ਚ ਕਰ ਦਿੰਦੇ ਤੇ ਉੱਥੇ CRPS ਦੇ ਤਹਿਤ ਸਾਰੀਆਂ ਇਹ ਬਣਾਉਂਦੇ ਪਏ ਨੇ। ਬਟ ਜੀ ਮੈਂ ਇਹ ਸਮਝਣਾ ਚਾਹਾਂਗਾ ਕਿ ਨੁਕਸਾਨ ਆਮ ਪਬਲਿਕ ਦਾ ਇਹਦੇ ਨਾਲ ਕੀ ਨੁਕਸਾਨ ਹੋਏਗਾ? ਹੈ ਹੀ ਪੰਜਾਬ ਦੇ ਆਵਾਮ ਦਾ ਨੁਕਸਾਨ ਹੈ। ਇਹ ਭਾਵੇਂ 84 ਦਾ ਗੇੜ ਆ, ਭਾਵੇਂ 88 ਦੇ ਹੜ੍ਹਾਂ ਦਾ ਗੇੜ ਹੈ, ਬਾਰਡਰ 'ਤੇ ਬੈਠੇ ਆ, ਨੁਕਸਾਨ ਤੇ ਅਖੀਰ ਜਨਤਾ ਨੇ ਭੁਗਤਣਾ ਪੈਂਦਾ ਆ। ਇਹਦੇ ਆਪਣੀਆਂ ਇਸਲਾਮੀਆਂ ਦੇ ਕੇ ਕੁਰਸੀਆਂ ਬਚਾਉਂਦੇ ਆ, ਮੱਥਾ ਟੇਕ ਕੇ ਕੁਰਸੀਆਂ ਬਚਾ ਲੈਂਦੇ। ਇਹਨਾਂ ਨੂੰ ਕੋਈ ਪੰਜਾਬ ਦੀ ਬਿਹਤਰੀ ਦਾ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ। ਕੇਂਦਰੀ ਮੰਤਰੀ ਰਹਿ ਚੁੱਕੇ ਨੇ ਸ਼ਰਦ ਪਵਾਰ, ਉਹਨਾਂ ਵੱਲੋਂ ਬੀਤੇ ਦਿਨ ਇੱਕ ਬਿਆਨ ਦਿੱਤਾ ਜਾਂਦਾ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜੋ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨਾਂ ਨੇ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਸੀ ਤੇ ਉਹਨਾਂ ਨੂੰ ਉਸ ਦਾ ਨਤੀਜਾ ਭੁਗਤਣਾ ਪਿਆ ਸੀ। ਔਰ ਉਹਨਾਂ ਨੇ ਹੁਣ ਫਿਰ ਮੁੜ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਨਾਲ ਜੋ ਕੇਂਦਰ ਸਰਕਾਰ ਕਰ ਰਹੀ ਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ, ਕਿਤੇ ਨਾ ਕਿਤੇ ਨਤੀਜਾ ਜੋ ਹੈ ਉਹ ਮਾੜਾ ਨਿਕਲ ਸਕਦਾ ਹੈ। ਮੈਂ ਤਾਂ ਜਦੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸੈਂਟਰ ਦੀ ਗਠਬੰਧਨ ਸਰਕਾਰ ਸੀਗੀ, ਮੈਂ ਤਾਂ ਉਦੋਂ ਵੀ ਇੱਥੇ ਸਟੇਜਾਂ 'ਤੇ ਰੌਲਾ ਪਾਉਂਦਾ ਹੁੰਦਾ ਕਿ ਭਾਵੇਂ ਸੈਂਟਰ 'ਚ ਕਾਂਗਰਸ ਆ ਜੇ ਅਤੇ ਭਾਵੇਂ ਆ ਜੇ ਭਾਜਪਾ, ਪੰਜਾਬ ਨੂੰ ਹਮੇਸ਼ਾ ਮਤਰੇਈ ਮਾਂ ਦਾ ਸਲੂਕ ਕਰਦੇ ਆ। ਹਮੇਸ਼ਾ ਹੀ ਜਿਹੜੇ ਬਾਰਡਰ ਖਾਸ ਕਰਕੇ ਜਿਨ੍ਹਾਂ ਨੇ ਪੰਜਾਬੀਆਂ ਨੇ 85% ਆਪਣੀਆਂ ਕੁਰਬਾਨੀਆਂ ਦਿੱਤੀਆਂ ਆ, ਦੇਸ਼ ਨੂੰ ਯਾਦ ਕਰਾਉਣ 'ਚ ਸ਼ਹਾਦਤਾਂ ਦਿੱਤੀਆਂ ਨੇ, ਕਾਲੀ ਪਾਣੇ ਤੱਕ ਗਏ ਨੇ। ਪਰ ਜਿਹੜਾ ਸੈਂਟਰ ਆ, ਸੈਂਟਰ ਨੇ ਹਮੇਸ਼ਾ ਹੀ ਪੰਜਾਬੀ ਤੇ ਨਾਲ ਮਤਰੇਈ ਮਾਂ ਨਾਲ ਸਲੂਕ ਕੀਤਾ, ਕਰਦੇ ਸੀਗੇ, ਹੈਗੇ ਆ ਤੇ ਇਹਨਾਂ ਰਹਿਣਾ ਹੀ ਰਹਿਣਾ ਹੈ। ਇਹਨਾਂ ਤੋਂ ਆਸ ਰੱਖਣ ਦੀ ਲੋੜ ਨਹੀਂ ਆ। ਤਗੜੇ ਹੋ ਕੇ ਆਪਣੇ ਹੱਕਾਂ ਦਾ ਆਪਣਾ ਪਹਿਰੇਦਾਰੀ ਆਪ ਕਰੀਏ। ਮੈਂ ਤਾਂ ਪੰਜਾਬੀਆਂ ਨੂੰ ਅਪੀਲ ਕਰੂੰਗਾ। ਤੁਸੀਂ ਵੇਖਿਆ ਹੋਏਗਾ ਕਿ ਬਾਰਡਰ ਦੇ ਉੱਤੇ ਜਿਹੜਾ ਇੱਕ ਨਿਹੰਗ ਸਿੰਘਾਂ ਵੱਲੋਂ ਜਿਹੜਾ ਕੁੱਟਮਾਰ ਕੀਤੀ ਗਈ ਔਰ ਬਾਅਦ ਵਿੱਚ ਉਹਦਾ ਜਿਹੜਾ ਉਹਦੀ ਡੈਥ ਹੋ ਜਾਂਦੀ ਆ, ਤਾਂ ਮਾਇਆਵਤੀ ਨੇ ਕਿਹਾ ਕਿ ਉਹਨਾਂ ਨੂੰ 50 ਲੱਖ ਰੁਪਇਆ ਜਿਹੜਾ ਆ ਉਹ ਦਿੱਤਾ ਜਾਵੇ ਤੇ ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਵੇਂ ਵੇਖਦੇ ਉਹਨਾਂ ਦੇ ਬਿਆਨ ਨੂੰ? ਜੇ ਤੇ ਮੈਂ ਉਸ ਜਿਹੜਾ ਕਤਲ ਹੋਇਆ, ਜੇ ਤੇ ਮੈਂ ਉਸ ਕਤਲ ਦੀ ਗੱਲ ਕਰਦਾ ਆ, ਉੱਥੇ ਕਿਸਾਨੀ ਮਸਲੇ ਨੂੰ ਢਾਲ ਲਾਉਣ ਦੇ ਬਾਰੇ ਇਹ ਸਾਰੀ ਸਾਜ਼ਿਸ਼ ਘੜੀ। ਇਹ ਵੀ ਕਨਸੋਆਂ ਆ ਰਹੀਆਂ ਕਿ ਕਿਸਾਨੀ ਕਾਨੂੰਨ ਜਿਹੜੇ ਉੱਥੇ ਸੰਯੁਕਤ ਕਿਸਾਨੀ ਮੋਰਚਾ ਨੂੰ ਢਾਲ ਲਾਉਣ ਲਈ। ਪਰ ਜੇ ਦੂਜੇ ਬੰਨੇ ਜਿਹੜੇ ਨਿਹੰਗ ਸਿੰਘਾਂ ਦੇ ਬਿਆਨ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਾਂ ਪੋਥੀਆਂ ਦੀ ਜਾਂ ਗ੍ਰੰਥ ਦੀ ਜਾਂ ਬਾਣੀ ਦੀ ਬੇਅਦਬੀ ਕੀਤੀ ਆ, ਤੇ ਮੈਂ ਉਹਦੀ ਘੋਰ ਨਿੰਦਾ ਕਰਦਾ ਕਿ ਕਿਉਂਕਿ ਲੋਕਾਂ ਦੇ ਮਨ ਵਰੁੰਦਰੇ ਜਾਂਦੇ ਆ ਜਦੋਂ ਕੋਈ ਧਰਮ ਮਜ਼ਹਬ ਦਾ ਗ੍ਰੰਥ ਵੇਦ ਨੂੰ ਕੋਈ ਇਹੋ ਜਿਹੀ ਮਾੜੀ ਹਰਕਤ ਕਰਦਾ ਆ।
ਜੇ ਪਰ ਜਿਹੜੀ ਇਹ ਹਰਕਤ ਹੋਈ ਆ ਉਹ ਗਲਤ ਹੋਈ ਆ, ਇਹਨੂੰ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਹੈ। ਬੁੰਨੀ ਜੀ, ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਦੇ ਕੋਲ ਸਿਰਫ 50 ਰੁਪਏ ਹੀ ਔਰ ਜਾਣ ਦਾ ਉਹਦੇ ਕੋਲ ਕਿਰਾਇਆ ਤੱਕ ਨਹੀਂ ਸੀ ਹੈਗਾ ਦਿੱਲੀ ਦਾ। ਕੀ ਵੇਖਦੇ ਹੋ ਉਹਦੇ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ? ਮੈਂ ਤੇ ਅੱਗੇ ਕਹਿੰਦਾ ਕਿ ਦਿੱਲੀ ਦੀਆਂ ਏਜੰਸੀਆਂ ਤੇ ਸੈਂਟਰ ਸਰਕਾਰ ਦੀਆਂ ਏਜੰਸੀਆਂ, ਜਿਹੜਾ ਸੰਯੁਕਤ ਮੋਰਚਾ ਹੈ ਕਿਸਾਨਾਂ ਦਾ, ਮਜ਼ਦੂਰਾਂ ਦਾ, ਉਹਨੂੰ ਬਦਨਾਮ ਕਰਨ ਲਈ ਵੀ ਇਹ ਸਾਰੀਆਂ ਸਾਜ਼ਿਸ਼ਾਂ ਘੜੀਆਂ ਜਾ ਸਕਦੀਆਂ। ਤੇ ਘੜੀਆਂ ਸੈਂਟਰ ਦੇ ਹਮੇਸ਼ਾ ਹੀ ਪੰਜਾਬ ਨਾਲ, ਭਾਵੇਂ ਦਰਿਆਵਾਂ ਦੇ ਪਾਣੀ ਦਾ ਮਸਲਾ ਹੋਵੇ, ਭਾਵੇਂ ਚੰਡੀਗੜ੍ਹ ਦੇ ਮਸਲੇ ਹੋਣ, ਭਾਵੇਂ ਬਾਰਡਰ ਦੇ ਮਸਲੇ ਹੋਣ, ਭਾਵੇਂ ਹੋਰ ਕਈ ਮਸਲੇ ਹੋਣ, ਹਮੇਸ਼ਾ ਹੀ ਮਤਰੇਈ ਮਾਂ ਦਾ ਸਲੂਕ ਕਰਦੇ ਆ। ਇਹਦੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹਮੇਸ਼ਾ ਹੀ ਪੰਜਾਬੀਆਂ ਨਾਲ ਇਹ ਕੁਝ ਹੁੰਦਾ ਰਿਹਾ, ਸੈਂਟਰ ਕਰਦਾ ਰਿਹਾ। ਕਾਂਗਰਸ ਸਰਕਾਰ ਵੱਲੋਂ ਜਿਹੜੇ ਲਾਲ ਲਕੀਰ ਦੇ ਅੰਦਰ ਜਿੰਨੀਆਂ ਵੀ ਜਗ੍ਹਾ ਹੁੰਦੀਆਂ ਸੀ ਉਹਨਾਂ ਨੂੰ ਜਿਹੜਾ ਆ ਰਜਿਸਟਰੀ ਜਿਹੜੀ ਆ ਉਹ ਕਰਕੇ ਕਹਿਣ ਦੀ ਗੱਲ ਕੀਤੀ ਜਾ ਰਹੀ ਹੈ, ਕਿਵੇਂ ਵੇਖਦੇ ਹੋ? ਬਹੁਤ ਚੰਗੀ ਗੱਲ ਹੈ ਕਿ ਇਹ ਵੀ ਕਿਤੇ ਕੁੰਭਕਰਨ ਦੀ ਨੀਂਦ ਉੱਠ ਖਲੋਤੇ ਆ ਕਿ ਅਸੀਂ ਹੁਣ ਵੋਟਾਂ ਦਾ ਟਾਈਮ ਆ ਗਿਆ ਕਿ ਅਸੀਂ ਰਜਿਸਟਰੀਆਂ ਕਰਕੇ ਆਪਣੀ ਸਰਕਾਰ ਬਣਾਉਣੀ। ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ, ਇਹ ਰਜਿਸਟਰੀਆਂ ਜੇ ਕਰਨੀਆਂ ਤੇ ਲੋਕਾਂ ਨੇ ਆਪਣੀ ਥਾਵਾਂ 'ਤੇ ਹੀ ਕਰਾਉਣੀਆਂ। ਇਹਨਾਂ ਨੇ ਜੇਬੋਂ ਤੇ ਕਿਸੇ ਦੇ ਕਰਕੇ ਨਹੀਂ ਦੇਣੀ ਆ। ਲੋਕਾਂ ਨੇ ਆਪਣਾ ਖਰਚਾ ਕਰਨਾ, ਆਪਣਾ ਸਾਰਾ ਖਰਚਾ ਇਕੱਠਾ ਕਰਨਾ, ਆਪਣੇ ਸਾਰੇ ਉੱਥੇ ਕਰਨੇ ਆ। ਇਹ ਮਨ ਸੋਚਣ ਕਿ ਇਹ ਰਜਿਸਟਰੀਆਂ ਕਰਾ ਕੇ ਵੋਟਾਂ ਪੈ ਜਾਣੀਆਂ। ਅਖੀਰ ਲੋਕਾਂ ਦੇ ਮਨ ਬਣੇ ਇਸ ਕਾਂਗਰਸ ਸਰਕਾਰ ਨੂੰ ਲੋਕਾਂ ਨੇ ਚੱਲਦਾ ਕਰਨਾ ਹੈ। ਬੁੰਨੀ ਜੀ, ਗੱਲ ਬਿਜਲੀ ਦੀ ਕਰਾਂਗੇ ਕਿ ਬਿਜਲੀ ਜਿਹੜੀ ਆ ਕੱਟ ਕਾਫੀ ਜ਼ਿਆਦਾ ਲੱਗ ਰਹੇ ਨੇ, ਚਾਹੇ ਪੰਜਾਬ ਚਾਹੇ ਦੇਸ਼ ਭਰ ਦੀ ਗੱਲ ਕਰਾਂਗੇ। ਇੱਕ ਤਰਫ ਜਿਹੜੀ ਪੰਜਾਬ ਸਰਕਾਰ ਆ ਉਹ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਹੀ ਆ, ਤਾਂ ਇੱਕ ਤਰਫ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਰਿਹਾ ਕਿ ਬਿਜਲੀ ਸਸਤੀ ਕੀਤੀ ਜਾਵੇਗੀ। ਸਸਤੀ ਬਿਜਲੀ ਜਿਹੜੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਇੱਕ ਤਰਫ ਤਾਂ ਬਹੁਤ ਮਹਿੰਗੀ ਬਿਜਲੀ ਖਰੀਦ ਰਹੇ ਨੇ। 10 ਸਾਲ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਕੋ ਪਾਵਰ ਡਿਪਾਰਟਮੈਂਟ ਮਿਨਿਸਟਰ ਵੀ ਰਹੇ, ਡਿਪਟੀ CM ਵੀ ਰਹੇ ਆ। ਉਹਨਾਂ ਨੇ ਬਿਜਲੀ ਦੇ ਸਾਡੇ ਥਰਮਲ ਪਲਾਂਟ, ਪਾਵਰ ਪਲਾਂਟ ਲਾਏ ਅਤੇ ਬਿਜਲੀ ਦੀ ਪੈਦਾਵਾਰ ਜੋ ਡਿਮਾਂਡ ਸੀ ਉਹ ਤੋਂ ਵਧਾਈ। ਇੱਥੋਂ ਤੱਕ ਸਾਡੇ ਲੀਡਰ ਬਿਆਨ ਦਿੰਦੇ ਸੀ, ਸਾਡੇ ਸੀਨੀਅਰ ਗੱਲ ਕਰਦੇ ਸੀ ਕਿ ਜੇ ਬਿਜਲੀ ਵੱਧ ਹੋਵੇ ਪਾਕਿਸਤਾਨ ਨੂੰ ਵੀ ਅਸੀਂ ਸਪਲਾਈ ਕਰਿਆ ਕਰਾਂਗੇ, ਅਤੇ ਹੋ ਵੀ ਸਕਦੀ, ਇਹ 'ਚ ਕੋਈ ਦੋ ਰਾਇਵਾ ਨਹੀਂ ਸੀ। ਪਰ ਜਦੋਂ ਦੀ ਇਹ ਕਾਂਗਰਸ ਕੈਪਟਨ ਸਰਕਾਰ ਅਤੇ ਇਹ ਸਰਕਾਰਾਂ ਕਾਂਗਰਸ ਦੀਆਂ ਸਰਕਾਰਾਂ ਆਈਆਂ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਥਰਮਲ ਪਲਾਂਟ ਬੰਦ ਕੀਤੇ, ਪਾਵਰ ਪਲਾਂਟ ਬੰਦ ਕੀਤੇ। ਜਿੱਥੋਂ ਬੱਤੀ ਪੈਦਾ ਹੋਣੀ, ਕੋਈ ਚੀਜ਼ ਪੈਦਾਵਾਰ ਹੋਊਗੀ ਅਤੇ ਲੋਕਾਂ ਨੂੰ, ਸੰਗਤ ਨੂੰ, ਆਪਣੇ ਸੂਬੇ ਨੂੰ ਦੇਵਾਂਗੇ, ਅਤੇ ਪੈਦਾਵਾਰ ਹੀ ਨਹੀਂ ਹੋਣੀ ਅਤੇ ਦੇਣੀ ਕਿੱਥੋਂ ਅਸੀਂ? ਅਤੇ ਇਹ ਤਾਂ ਇੱਥੋਂ ਤੱਕ ਹੀ 8 ਘੰਟੇ ਟਿਊਬਵੈੱਲਾਂ ਦੀ ਬੱਤੀ ਦੇ ਜਿਹੜੇ ਝਮੱਕੇ ਨਹੀਂ ਵੱਜਦੇ ਹੁੰਦੇ, ਜੋ ਇਨਫਰਾਸਟਰਕਚਰ ਸੀ ਬੱਤੀ ਦਾ ਸਾਰਾ ਸਹੀ ਕੀਤਾ ਗਿਆ ਹੈ। ਅਤੇ ਹੁਣ ਵੇਖ ਲਓ, ਪੌਣੇ 5 ਸਾਲ ਹੋ ਗਏ ਜੇ, ਬੱਤੀ ਦਾ ਬੇੜਾ ਗਰਕ ਹੋਇਆ ਪਿਆ, ਰੇਟ ਅਸਮਾਨੀ ਚੜ੍ਹੇ ਪਏ ਨੇ, ਮਾੜੀ ਹਾਲਤ ਹੋਈ ਪਈ ਜੇ। ਅਤੇ ਇਹ ਸਾਰਾ ਪ੍ਰਬੰਧ ਕਰਨਾ ਸਾਰਾ ਸੂਬੇ ਦੀ ਸਰਕਾਰਾਂ ਨੇ ਹੁੰਦਾ। ਅਤੇ ਮੈਂ ਤਾਂ ਕਹਾਂਗਾ ਕਿ ਇਹ ਟੰਗਵੰਜ, ਇਹ ਸਿਰਫ ਇਲੈਕਸ਼ਨਾਂ, ਇਹਨਾਂ ਨੇ ਹੁਣ ਵੀ ਲੋਲੀਪੌਪ ਬੜੇ ਦੇਣੇ ਆ। ਇੱਕ ਉਹ ਟੋਪੀ ਵਾਲਾ ਦਿੱਲੀੋਂ CM ਆਈਦਾ, ਉਹ ਵੀ ਕੇਜਰੀਵਾਲ ਸਾਹਿਬ, ਅਤੇ ਦੂਸਰਾ ਇੱਕ ਆ ਹੁਣ ਆਏ ਆ, ਸਵਾਏ ਲੋਕਾਂ ਨੂੰ ਲੋਲੀਪੌਪ ਦੇ ਤੋਂ ਕੁਛ ਨਹੀਂ ਕਰਨਾ। ਇਹਨਾਂ ਨੂੰ ਪਤਾ ਕਿ ਲੋਕਾਂ ਨੂੰ ਅੱਗੇ ਵੀ ਇਹਨਾਂ ਨੇ ਗੁੰਮਰਾਹ ਕਰਕੇ ਝੂਠੀਆਂ ਸਹੁੰਆਂ, ਗੁਟਕਾ ਸਾਧੇ ਖਾ ਕੇ, ਝੂਠੀਆਂ ਸਹੁੰਆਂ ਖਾ ਕੇ ਸਭ ਕੁਝ ਕੀਤਾ ਸੀ। ਪਰ ਲੋਕ ਬੜੇ ਸਿਆਣੇ ਆ ਅਤੇ ਇਹਨਾਂ ਨੂੰ ਚੱਲਦਾ ਕਰ ਦੇਣਗੇ। ਬੁੰਨੀ ਜੀ, ਗੱਲ ਫਿਰ ਉਹ ਦੁਬਾਰਾ ਕਰਾਂਗੇ ਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ BSF ਨੂੰ ਦੇ ਦਿੱਤਾ ਗਿਆ ਆ, ਪਰ ਜਿੱਥੇ ਕਾਂਗਰਸ ਵਿਰੋਧ ਕਰਦੀ ਦਿਖਾਈ ਦੇ ਰਹੀ ਆ, ਉੱਧਰੋਂ ਕੈਪਟਨ ਵੱਲੋਂ ਜਿਹੜਾ ਆ ਉਸ ਦਾ ਫੇਵਰ ਕੀਤਾ ਗਿਆ ਹੈ। ਇਹਦੇ ਕੈਪਟਨ ਸਾਹਿਬ ਵੀ ਦੱਸ ਸਕਦੇ ਉਹਨਾਂ ਫੇਵਰ ਕਾਹਦਾ ਕੀਤਾ। ਪਰ ਜਿਹੜਾ ਫੈਡਰਲ ਸਟਰਕਚਰ ਆ, ਡੈਮੋਕ੍ਰੇਟਿਕ ਸਟਰਕਚਰ ਆ ਆਪਣੇ ਇਸ ਸੂਬਿਆਂ ਦਾ, ਸਾਡੇ ਦੇ ਅਧਿਕਾਰਾਂ ਦਾ ਇਹ ਡਾਕਾ ਮਾਰਿਆ ਕੇਂਦਰ ਸਰਕਾਰ ਨੇ, ਮੋਦੀ ਸਰਕਾਰ ਨੇ। ਉਹ ਇਹਦੇ ਵਿੱਚ ਇਹਨਾਂ ਨੇ ਅੱਧਾ ਪੰਜਾਬ, 10 ਜ਼ਿਲ੍ਹੇ ਇਹਦੇ 'ਚ ਆਉਂਦੇ ਆ, 2500 ਵਰਗ ਦੇ ਆਪਣੇ ਇਹ ਜਿਹੜੇ ਏਰੀਆ ਆਉਂਦਾ ਆ, ਅੱਧਾ ਪੰਜਾਬ ਇਹਨਾਂ ਨੇ ਕਰੋ ਫਰਾਈ, ਜਿਸ ਤਰ੍ਹਾਂ ਬਾਰਡਰ ਤੋਂ ਕਰੋ ਫਰਾਈ ਵਾਂਗੂ 50 ਕਿਲੋਮੀਟਰ ਜਿੱਥੇ ਬਾਰਡਰ ਪੈਂਦਾ, ਭਾਵੇਂ ਅੱਗੇ ਪਿੱਛੇ ਜ਼ਿਗਜ਼ੈਗ ਆ, ਕਰੋ ਫਰਾਈ ਵਾਂਗੂ ਇਹਨਾਂ ਨੇ 50 ਕਿਲੋਮੀਟਰ ਰੱਖਿਆ। ਇਹਨਾਂ ਨੇ ਸੈਂਟਰ ਦੀ ਇਹ ਗੁੰਡਾਗਰਦੀ ਆ, ਬਦਮਾਸ਼ੀ ਆ। ਚਾਹੀਦਾ ਤਾਂ ਇਹ ਸੀ ਕਿ ਜਿੱਥੇ ਬਾਰਡਰ ਦੇ ਤੁਸੀਂ ਤਾਰਾਂ ਲਾ ਕੇ ਬੈਠੇ ਜੇ, ਉਹਨੂੰ ਇੰਨਾ ਸੀਲ ਕਰ ਦਿਓ ਕਿ ਉੱਧਰੋਂ ਕੋਈ ਨਸ਼ਾ, ਕੋਈ ਆਰਮ, ਕੋਈ ਨਜਾਇਜ਼ ਚੀਜ਼ਾਂ ਨਾ ਇੱਧਰ ਆ ਸਕਣ। ਉੱਥੇ ਪ੍ਰਬੰਧਾਂ ਦਾ ਪੂਰਾ ਕੀਤਾ ਜਾਵੇ। ਅਤੇ ਉੱਥੇ ਤੇ ਬਜਾਏ ਉਹਦੇ ਕਿ ਉੱਥੇ ਪ੍ਰਬੰਧ ਕਰਨ ਦੀ ਸਿਰਫ ਪੰਜਾਬ ਦੇ ਆੜ ਦੇ ਵਿੱਚ ਇਹਨਾਂ ਨੇ 50 ਕਿਲੋਮੀਟਰ ਬਾਕੀ ਸੂਬਿਆਂ 'ਚ ਵੀ ਕਰਕੇ ਪੰਜਾਬ ਦਾ ਨੁਕਸਾਨ ਕਰਨ ਲਈ ਇਹ ਕਰਦੇ ਪਏ ਆ। ਇਸ ਕਰਕੇ ਕਰਦੇ ਪਏ। ਮੈਂ ਜਿਹੜੇ ਪ੍ਰਧਾਨ ਮੰਤਰੀ ਨੇ ਸਾਡੇ ਹਿੰਦੁਸਤਾਨ ਦੇ, ਜਦੋਂ 2012 'ਚ ਇਹ ਆਪਣੇ ਚੀਫ ਮਿਨਿਸਟਰ ਸਨ ਗੁਜਰਾਤ ਦੇ,
ਉਦੋਂ ਇਹਨਾਂ ਨੇ ਵੀ ਬਿਆਨ ਦਿੱਤੇ ਸੀ ਕਿ ਸਾਡੇ ਸੂਬਿਆਂ ਦੇ ਅਧਿਕਾਰਾਂ ਦੇ ਇਹ ਸੈਂਟਰ ਸਰਕਾਰ ਡਾਕੇ ਮਾਰਦੀ ਪਈ ਹੈ, ਸਾਡੇ ਖੋਹਦੀ ਪਈ ਆ। ਅਤੇ ਇਹੋ ਹੀ ਹੁਣ ਪ੍ਰਧਾਨ ਮੰਤਰੀ ਜਿਹੜੇ CM ਤੋਂ ਪ੍ਰਧਾਨ ਮੰਤਰੀ ਬਣੇ ਆ, ਉਹ ਜਿਹੜਾ ਗੁਜਰਾਤ ਦਾ 80 ਤੋਂ 50 ਕਰਕੇ ਸਾਨੂੰ 15 ਤੋਂ 50 ਕਰਕੇ ਚਾਹੀਦਾ। ਤਾਂ ਇਹ ਹੈ ਕਿ ਜਿਹੜੀਆਂ ਆ ਨਸ਼ੇ ਜਿਹੜੇ ਤਾਰੋਂ ਪਾਰ ਆਉਂਦੇ ਪਏ ਉੱਥੇ ਪ੍ਰਬੰਧ ਕਰਨ। ਜਿਹੜਾ 15 ਕਿਲੋਮੀਟਰ ਉਹ ਵੀ ਖਤਮ ਕੀਤਾ ਜਾਵੇ। ਬਾਰਡਰ ਦੇ ਆਪਣੀ ਜਿੱਥੇ ਸੁਰੱਖਿਆਵਾਂ ਨੇ, BSF ਦੀਆਂ ਟੋਲੀਆਂ ਨੇ, ਇਹ ਸਾਰਾ ਮਿਲੀ ਭੁਗਤਣਾ ਉਦੋਂ ਨਸ਼ਾ ਆਉਂਦਾ। ਆਪਾਂ ਕਿਤੇ ਵੇਖ ਲਓ ਇੰਨਾ ਟਨਾਂ ਦਾ ਟਨ ਨਸ਼ੇ ਫੜਦੇ ਪਏ ਆ, ਆਉਂਦਾ ਤੇ ਬਾਰਡਰੋਂ ਪਾਰ ਤਾਰੋਂ ਪਾਰ। ਇਹਦਾ ਮਤਲਬ ਫੇਲਿਅਰ ਆਫ ਸੈਂਟਰ ਗੌਰਮੈਂਟ, ਉਹ BSF ਦੀ ਏਜੰਸੀਆਂ ਦੀਆਂ, ਜਿਹੜੇ ਸੈਂਟਰ ਦੀਆਂ ਏਜੰਸੀਆਂ ਦਾ ਫੇਲਿਅਰ ਕਰਕੇ ਸਭ ਕੁਝ ਹੁੰਦਾ ਪਿਆ। ਅਤੇ ਇਹਦੇ ਆ ਜਿਹੜਾ 50 ਜੇ 15 ਕਿਲੋਮੀਟਰ ਜੇ ਇਹਨਾਂ ਕੋਈ ਇਹ ਨਹੀਂ ਰੁਕਿਆ, ਅਤੇ 50 ਕਿਲੋਮੀਟਰ 'ਚ ਕਿਹੜਾ ਇਹਨਾਂ ਨੇ ਰੋਕ ਲੈਣਾ ਆ। ਇਹ ਤਾਂ ਸਿਰਫ ਇੱਕ ਆਪਣੀਆਂ CRPS ਦੀਆਂ ਜਿਹੜੀਆਂ ਧਾਰਾਵਾਂ ਨੇ, ਜਿਹਦੇ 'ਚ ਪਾਸਪੋਰਟ ਦੀਆਂ, ਹੋਰ ਲੋਕਾਂ ਨੂੰ ਰਸ ਬੰਨ੍ਹਦੀਆਂ, ਇਹਨਾਂ ਨੇ ਗਵਰਨਰੀ ਰਾਜ ਦੀ ਇਹ ਤਿਆਰੀ ਕਰਦੇ ਪਏ। ਸਾਨੂੰ ਖਸਾ ਕਿ ਗਵਰਨਰੀ ਰਾਜ ਵੀ ਲਾ ਸਕਦੇ ਸੈਂਟਰ ਵਾਲੇ। ਤਾਂ ਬੋਨੀ ਜੀ, ਜਿਸ ਤਰ੍ਹਾਂ ਪਹਿਲਾਂ ਹੁੰਦਾ ਹੈ ਕਿ ਜਿਵੇਂ ਪਬਲਿਕ ਨੂੰ ਥੋੜ੍ਹੀ ਮੁਸ਼ਕਲ ਆਉਂਦੀ ਆ ਤਾਂ ਉਹ ਆਪਣੇ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨਾਲ ਸੰਪਰਕ ਕਰਦੇ, ਕਿਸੇ ਨਾ ਕਿਸੇ ਸਿਫਾਰਿਸ਼ ਪਵਾ ਕੇ ਛੋਟਾ ਮੋਟਾ ਕੰਮ ਕਰਵਾ ਲੈਂਦੇ ਆ। ਤਾਂ ਜੇਕਰ BSF ਨੂੰ ਜਿਵੇਂ 50 ਕਿਲੋਮੀਟਰ ਦਾ ਦਾਇਰਾ ਦੇ ਦਿੱਤਾ ਗਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਖਤਮ ਹੋ ਜਾਣਗੀਆਂ। ਤੁਸੀਂ ਪਹਿਲਾਂ 15 ਕਿਲੋਮੀਟਰ ਜਿਹੜੇ ਇਹਨਾਂ ਦੇ ਪਹਿਲਾਂ ਇੱਥੇ ਹੈਗੇ ਸੀ ਪੰਜਾਬ 'ਚ, ਉਹਦੀ ਵਰਕਿੰਗ ਵੇਖ ਲਓ। ਉੱਥੇ ਇਹਨਾਂ ਨੇ ਕਿਹੜੇ ਮਾਰ ਕੇ ਮਾਰ ਲਏ ਆ। ਉੱਥੇ ਵੀ ਇਹਨਾਂ ਨੇ ਕੀ ਅਸਮਾਨੋਂ ਚੰਦ ਛੋੜ ਲਏ, ਜਾਂ ਨਸ਼ੇ ਬੰਦ ਕਰ ਲਏ, ਜਾਂ ਜਿਹੜੇ ਹਥਿਆਰ ਨਜਾਇਜ਼ ਹਥਿਆਰ ਹੁੰਦੇ ਬੰਦ ਕਰ ਲਏ ਆ। ਉਹ ਤਾਂ ਇਹਨਾਂ ਕੋਲ ਬੰਦ ਨਹੀਂ ਹੁੰਦੇ। ਇਹ ਸਾਰੀ ਪੋਲੀਟੀਕਲ ਸੈਂਟਰ ਨੇ, ਜਿਹੜੇ ਹੱਕ ਨੇ ਪੰਜਾਬ ਸੂਬਿਆਂ ਦੇ, ਉਹਨਾਂ ਦੇ ਸੂਬਿਆਂ ਦੇ ਹੱਕ ਖੋਏ ਆ। ਇਹ ਹਮੇਸ਼ਾ ਹੀ ਖੁੰਦੀ ਰਹੀ ਆ, ਭਾਵੇਂ ਸੈਂਟਰ 'ਚ ਕੇਂਦਰ ਸਰਕਾਰ ਕੋਈ ਵੀ ਆਵੇ। ਇਹਨਾਂ ਹਮੇਸ਼ਾ ਹੀ ਪੰਜਾਬ ਹਰ ਸੂਬੇ ਦੇ ਹੱਕਾਂ ਦੇ ਇਹਨਾਂ ਘਟਾਇਆ ਹੀ ਆ। ਬੋਨੀ ਜੀ, 2022 ਦੀ ਇਲੈਕਸ਼ਨ ਜਿਵੇਂ ਪਹਿਲਾਂ ਗੱਲ ਕੀਤੀ ਕਿ ਕਰੀਬ ਆ ਰਹੀ ਆ, ਤਾਂ ਹਰ ਕੋਈ ਪਾਰਟੀ ਕਿਸਾਨੀ ਅੰਦੋਲਨ ਵੱਲ ਦੇਖ ਰਹੀ ਹੈ ਕਿ ਕਦੋਂ ਖਤਮ ਹੁੰਦਾ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਉਹ ਵੋਟ ਬੈਂਕ ਆ ਉਹ ਹਰ ਕੋਈ ਪਾਰਟੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗੀ। ਕੀ ਲੱਗਦਾ ਤੁਹਾਨੂੰ ਕਿ ਜੇਕਰ 2022 ਤੱਕ ਕਿਸਾਨੀ ਅੰਦੋਲਨ ਖਤਮ ਨਹੀਂ ਹੁੰਦਾ ਤਾਂ ਜਿਹੜੀ ਕੇਂਦਰ ਸਰਕਾਰ ਆ ਉਹ ਇਸ ਨੂੰ ਜਿਹੜਾ ਪੋਸਟਪੋਨ ਕਰ ਸਕਦੀ ਹੈ, ਡਿਲੇ ਕਰਵਾ ਸਕਦੀ ਇਲੈਕਸ਼ਨ ਨੂੰ? ਮੈਂ ਤੇ ਆ ਜਿਹੜਾ BSF ਦਾ ਢਕਵਾਨ ਜੇ ਇਹਨਾਂ ਨੇ ਕੀਤਾ ਆ, ਫੇਲਿਅਰ ਆਫ ਬਾਰਡਰ ਦੇ ਜਿਹੜੀ ਸਿਕਿਉਰਿਟੀ ਦਾ ਜਿਹੜਾ ਇਹਨਾਂ ਦਾ ਢਕਵਾਨ ਜਿਹੜਾ ਰਚਿਆ, ਇਹ ਇੱਕ ਪਾਰਟ ਆਫ ਗਵਰਨਰੀ ਰਾਜ ਦਾ ਹਿੱਸਾ ਸਾਨੂੰ ਖਸਾ ਆ। ਕਿ ਆ ਜਿਹੜੀ ਤੁਸੀਂ ਕਹਿੰਦੇ ਜਿਹੜਾ ਦੂਜਾ ਸਵਾਲ ਕੀਤਾ ਆਪਣਾ ਕਿਸਾਨੀ ਅੰਦੋਲਨ ਦਾ, ਇਹ ਮੈਂ ਤਾਂ ਹੈਰਾਨ ਆ ਕਿ ਡਾਕਟਰ ਕੋਲ ਦਵਾਈ ਲੈਣ ਜਾਈਏ ਅਤੇ ਦਵਾਈ ਡਾਕਟਰ ਉਹ ਦਿੰਦਾ ਜੋ ਬੰਦੇ ਨੂੰ ਰੋਗ ਹੋਵੇ, ਅਤੇ ਕਿਸਾਨ ਕਹਿੰਦੇ ਪਏ ਸਾਨੂੰ ਇਹ ਰੋਗ ਦੀ ਦਵਾਈ ਚਾਹੀਦੀ ਨਹੀਂ ਆ, ਅਤੇ ਧੱਕੇ ਨਾਲ ਹੀ ਇਹ ਦਿੰਦੇ ਪਏ, ਧੱਕੇ ਨਾਲ ਹੀ ਸਾਨੂੰ ਦਵਾਈ ਦਿੰਦੇ ਪਏ ਆ। ਅਤੇ ਜਿਹੜੀ ਧੱਕੇ ਨਾਲ ਦਿੰਦੇ ਆ, ਧੱਕੇ ਨਾਲ ਕਦੀ ਐਕਸੈਪਟੈਂਸ ਨਹੀਂ ਹੁੰਦੀ ਦਵਾਈ ਦੀ। ਹਮੇਸ਼ਾ ਹੀ ਜਿਹੜੀ ਚੀਜ਼ ਦਾ ਅਸਰ ਜਿੱਥੇ ਹੋਣਾ ਉਹ ਹੀ ਹੁੰਦਾ। ਇਹ ਸੈਂਟਰ ਸਰਕਾਰ ਦਾ ਬੇੜਾ ਗਰਕ ਹੋਇਆ ਪਿਆ ਆ। ਜਿਹੜਾ ਕਿਸਾਨ ਅੰਦੋਲਨ ਆ, ਭਾਵੇਂ ਕੋਈ ਵੀ ਪਾਰਟੀ ਆ, ਕੋਈ ਵੀ ਧਰਮ ਆ, ਕੋਈ ਵੀ ਮਜ਼ਹਬ, ਇਹਨਾਂ ਨਾਲ ਖਲੋਤੇ ਨੇ। ਪਰ ਜਿੱਥੇ ਆਪਣੇ ਹੁਣ ਲਾਗੇ ਸੂਬੇ ਆ, ਹਰਿਆਣਾ, UP, ਉੱਥੇ ਬਾਈ ਇਲੈਕਸ਼ਨਾਂ ਹੋ ਰਹੀਆਂ। ਸੰਯੁਕਤ ਮੋਰਚੇ ਨੇ, ਜਿਹੜਾ ਕਿਸਾਨੀ ਦਾ ਸੰਯੁਕਤ ਮੋਰਚਾ ਆ, ਉਹਨਾਂ ਨੇ ਕਿਸਾਨ ਵੀਰਾਂ ਨੇ, ਉਹਨਾਂ ਦੇ ਲੀਡਰ ਸਾਹਿਬਾਨਾਂ ਨੇ ਇਹ ਅਨਾਊਂਸ ਕੀਤਾ ਆ ਕਿ ਜਿਹੜੀ ਬਾਈ ਇਲੈਕਸ਼ਨ ਜਿਹਦੇ ਹੋ ਰਹੀ ਆ ਕਿ BJP ਅਤੇ BJP ਦੀ ਭਾਈਵਾਲ ਜਿਹਨਾਂ ਨਾਲ ਸੰਬੰਧਿਤ ਆ, ਉਹ ਪਾਰਟੀਆਂ ਨੂੰ ਮਜ਼ਾ ਚਖਾਇਆ ਜਾਵੇ। ਜਿਸ ਤਰ੍ਹਾਂ ਇਹਨਾਂ ਨੇ ਬੰਗਾਲ 'ਚ ਉਹਨਾਂ ਦੇ ਬੋਰੀ ਬਿਸਤਰਾ ਗੋਲ ਕੀਤਾ ਸੀ। ਅਤੇ ਮੈਨੂੰ ਆਸ ਆ ਕਿ ਜੋ ਵੀ ਫੈਸਲਾ ਕਰਨਗੇ ਪੰਜਾਬ ਦੇ ਪੰਜਾਬੀਅਤ ਦੇ, ਕਿਸਾਨੀ ਦੇ, ਮਜ਼ਦੂਰਾਂ ਦੇ ਹਿੱਤ 'ਚ ਕਰਨਗੇ, ਅਤੇ ਇਨਸਾਨੀਅਤ ਦੇ ਹਿੱਤ 'ਚ ਕਰਨਗੇ। ਇਹ ਮੈਨੂੰ ਆਸ ਆ ਸੰਯੁਕਤ ਮੋਰਚੇ ਦੇ ਵੀ। ਗੱਲ ਬੇਅਦਬੀ ਦੀ ਕਰਾਂਗੇ। ਕਾਂਗਰਸ ਸਰਕਾਰ ਵੀ ਜਦ ਉਹਨਾਂ ਨੇ ਪਿਛਲੀ ਇਲੈਕਸ਼ਨ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਜਦ ਵੀ ਹੀ ਸੱਤਾ ਦੇ ਵਿੱਚ ਆਵਾਂਗੇ ਤਾਂ ਬੇਅਦਬੀ ਦੇ ਦੋਸ਼ੀ ਜਿਹੜੇ ਆ ਫੜ ਕੇ ਅੰਦਰ ਕਰਾਂਗੇ। ਪਰ ਇਲੈਕਸ਼ਨ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਅੱਜ ਤੱਕ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹ ਬਾਹਰ ਆ। ਕੀ ਕਹਿਣਾ ਚਾਹੁੰਦੇ ਹੋ? ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਹਰ ਜਗ੍ਹਾ ਹਰ ਸਟੇਜ 'ਤੇ ਪ੍ਰਚਾਰ ਕੀਤਾ ਕਿ ਜਿੰਨੇ ਵੀ ਇਹ ਬੇਅਦਬੀਆਂ ਕਰਾਈਆਂ ਨੇ, ਜਿੰਨੇ ਵੀ ਘਿਨਾਉਣੀਆਂ ਹਰਕਤਾਂ ਕੀਤੀਆਂ ਨੇ, ਰੱਬ ਉਹਦੇ ਪਰਿਵਾਰ ਦਾ ਕੁਛ ਨਾ ਛੱਡੇ, ਅਤੇ ਜਿਹੜਾ ਇਹ 'ਤੇ ਸਿਆਸੀ ਰੋਟੀਆਂ ਸੇਕਦਾ, ਰੱਬ ਉਹਨਾਂ ਦਾ ਕੁਛ ਨਾ ਛੱਡੇ। ਇਹ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਹਰ ਸਟੇਜ 'ਤੇ ਬਿਆਨ ਦਿੱਤੇ ਆ। ਅਤੇ ਵੇਖੋ ਪਰਮਾਤਮਾ ਕਿਤਨਾ ਬਿਆਨਤਿਆ। ਇਸ ਕਾਂਗਰਸ ਨੇ ਝੂਠੀਆਂ ਸਹੁੰਆਂ ਖਾ ਕੇ ਬੇਅਦਬੀ ਨਾਂ 'ਤੇ ਸਰਕਾਰਾਂ ਬਣਾਈਆਂ ਹੈ। ਕੋਰਟ ਦਾ ਇਹ ਮੈਟਰ ਬਣ ਗਿਆ। ਕੋਰਟ ਦੀਆਂ ਕਈ ਫਾਈਨਿੰਗ, ਕਈ ਉਹਨਾਂ ਦੇ ਹੁਕਮ ਵੀ ਆ ਗਏ ਮਾਣਯੋਗ ਕੋਰਟਾਂ ਦੇ।
ਜਿੱਥੇ ਸੱਚਾਈ ਆ ਲੋਕਾਂ ਅੱਗੇ ਨਹੀਂ ਰੱਖਦੇ ਪਏ। ਇਹਨੂੰ ਇਹੋ ਜਿਹਾ ਪਾਪੜ ਵੇਲਦੇ ਪਏ ਆ ਕਿ ਫਿਰ ਅਸੀਂ ਇਹ ਬਦਗਾਲੀ ਦੇ ਨਾਂ 'ਤੇ ਫਿਰ ਸਰਕਾਰਾਂ ਬਣਾ ਸਕੀਏ। ਪਰ ਲੋਕ ਬੜੇ ਜਾਗਰਤ ਹੋ ਗਏ ਨੇ, ਜਿਹੜਾ ਵੀ ਕਸੂਰਵਾਰ ਆ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ, ਕੋਈ ਵੀ ਆ। ਪ੍ਰਕਾਸ਼ ਸਿੰਘ ਬਾਦਲ ਜੀ ਦਾ ਪਿਛਲੇ ਦਿਨ ਇੱਕ ਬਿਆਨ ਆਇਆ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਕੀ ਤੁਹਾਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਸਕਦੀਆਂ? ਸਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਪੰਜਾਬ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਹਿੰਦੂ, ਮੁਸਲਿਮ, ਸਿੱਖ, ਬੋਧੀ, ਜੈਨ, ਕੋਈ ਵੀ ਧਰਮ ਮਜ਼ਹਬ ਦਾ ਹਰ ਇੱਕ ਦਾ ਮਾਣ ਸਤਿਕਾਰ ਕੀਤਾ ਹੈ। ਅਤੇ ਇਹ ਕੰਮ ਹੁੰਦਾ ਆ ਜਿਹੜੀ ਮੌਜੂਦਾ ਸਰਕਾਰ ਹੋਵੇ, ਕਿਸੇ ਦੀ ਵੀ ਹੋਵੇ, ਉਹਦੇ ਮੁੱਖ ਮੰਤਰੀ ਦਾ, ਕਿ ਉਸ ਪਾਰਟੀ ਦਾ, ਕਿ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ, ਉਹਨਾਂ ਦੇ ਹੈਡਸ ਨੂੰ ਇਕੱਠਾ ਕਰਕੇ ਇਹ ਜਿਹੜਾ BSF ਵਾਲਾ ਜਿਹੜੀ ਗੁੰਡਾਗਰਦੀ ਦਿੱਲੀ ਦੀ ਸਰਕਾਰ ਨੇ ਕੀਤੀ ਆ, ਇੱਕ ਮੁੱਠ ਹੋ ਕੇ ਸਾਰੀਆਂ ਸਰਕਾਰਾਂ, ਇੱਥੋਂ ਤੱਕ ਵੀ ਅਨਾਊਂਸ ਕੀਤਾ ਸਾਡੇ ਪ੍ਰਧਾਨ ਜੀ ਨੇ, ਸਾਹ ਸੁਖਬੀਰ ਸਿੰਘ ਨੇ, ਕਿ ਅਸੀਂ ਪਿੱਛੇ ਲੱਗਣ ਨੂੰ ਤਿਆਰ ਹਾਂ, ਤੁਸੀਂ ਅੱਗੇ ਲੱਗੋ, ਕਿ ਆਪਾਂ ਪੰਜਾਬ ਦੇ ਹਿੱਤ ਦੀ ਗੱਲ ਕਰੀਏ। ਇੱਥੋਂ ਤੱਕ ਵੀ ਸਾਹ ਸੁਖਬੀਰ ਸਿੰਘ ਨੇ, ਪ੍ਰਧਾਨ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਜੇਕਰ ਗੱਲ 2022 ਦੀ ਇਲੈਕਸ਼ਨ ਦੀ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਔਰ ਕਿੰਨਾ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੋਗੇ ਤੁਸੀਂ? ਸ਼੍ਰੋਮਣੀ ਅਕਾਲੀ ਦਲ ਦੇ ਸਰ 13 ਨਿਕਾਤੀ ਪ੍ਰੋਗਰਾਮ ਬਣਾਇਆ, ਜਿਹੜੀਆਂ ਲੋਕ ਭਲਾਈ ਸਕੀਮਾਂ 10 ਸਾਲਾਂ 'ਚ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਹੁੰਦਿਆਂ ਹਰ ਭਾਈਚਾਰੇ ਦਾ ਆਦਰ ਮਾਣ ਸਤਿਕਾਰ ਕੀਤਾ ਗਿਆ ਹੈ। ਡਿਵੈਲਪਮੈਂਟ ਦੇ ਸਿਰ 'ਤੇ ਅਸੀਂ ਇਲੈਕਸ਼ਨ ਲੜਨੀ ਆ। ਜਿਹੜੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ। ਤੁਸੀਂ ਰਾਮ ਤੀਰਥ ਕੱਲ੍ਹ ਮੇਲਾ ਮਨਾਇਆ ਗਿਆ ਭਗਵਾਨ ਵਾਲਮੀਕੀ ਜੀ ਦਾ, ਉੱਥੇ ਸਫਾਈ ਦਾ ਇੰਨਾ ਮਾੜੀ ਹਾਲਤ ਹੋਈ ਪਈ ਹੈ, ਸਫਾਈ ਕਰਮਚਾਰੀ ਢਾਤੇ ਸਰਕਾਰ ਨੇ। ਇਸੇ ਤਰ੍ਹਾਂ ਹੈਰੀਟੇਜ ਸਟਰੀਟ ਆ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ, ਉੱਥੋਂ ਵੀ ਸਫਾਈ ਕਰਮਚਾਰੀ ਢਾਤੇ ਆ। ਅਤੇ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਜਿੱਥੇ ਸਫਾਈ ਰੋਜ਼, ਜਿੱਥੇ ਲੋਕਾਂ ਦਾ ਆਵਾਜਾਈ ਆ, ਲੋਕਾਂ ਨੇ ਨਤਮਸਤਕ ਹੋਣਾ ਆ, ਲੋਕਾਂ ਨੇ ਆਪਣੇ ਆਸਥਾਨ ਆਉਂਦੇ ਆ, ਜੇ ਉੱਥੇ ਆਪਾਂ ਬਾਹਰ ਸਫਾਈ ਨਾ ਕਰ ਸਕੀਏ ਤੇ ਇਹੋ ਜਿਹੀ ਸਰਕਾਰ ਤੋਂ ਆਪਾਂ ਕੀ ਕਰ ਸਕਦੇ, ਕੀ ਸੋਚ ਸਕਦੇ ਹਾਂ। ਮੈਂ ਤਾਂ ਇਹੋ ਹੀ ਬੇਨਤੀ ਕਰਾਂਗਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤਿਆਰੀਆਂ ਸੀ ਡਿਵੈਲਪਮੈਂਟ ਦੇ ਸਿਰ 'ਤੇ ਇਲੈਕਸ਼ਨ ਲੜਨੀ ਆ, ਜਿਹੜੇ ਨਸ਼ੇ ਵਿਰੋਧੀ, ਜਿਹੜੀਆਂ ਨਸ਼ੇ ਦੀਆਂ ਪੌਣੇ 5 ਸਾਲ ਹੋ ਗਏ ਆ, ਨਸ਼ੇ ਦੇ ਵੀ ਇਹ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ, ਮੌਜੂਦਾ ਸਰਕਾਰ ਨੇ। ਅਤੇ ਪਹਿਲਾਂ ਦੇ ਰੋਜ਼ ਕਾਵਾਂ ਰੌਲੀ ਪਾਉਂਦੇ ਸੀ, ਬੇੜਾ ਗਰਕ ਹੋਇਆ ਪਿਆ, ਸਵਾਏ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਕੋਈ ਗੱਲ ਹੀ ਹੈ ਨਹੀਂ ਇਹਨਾਂ ਦੀ। ਬੁੰਡੇ ਜੀ, ਜਿਵੇਂ ਮੈਂ ਗੱਲ ਕਰਾਂਗਾ ਫਿਰ ਮੌਜੂਦਾ ਸਰਕਾਰ ਦੀ, ਜ਼ਿਆਦਾ ਸਮਾਂ ਨਹੀਂ ਰਹਿ ਗਿਆ ਇਲੈਕਸ਼ਨ ਨੂੰ, ਜੋ ਇਹਨਾਂ ਨੇ ਵਾਅਦੇ ਕੀਤੇ ਸੀ, ਕਿ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਬਦਲਣ ਤੋਂ ਬਾਅਦ ਇਹ ਵਾਅਦੇ ਜਿਹੜੇ ਪੂਰੇ ਕੀਤੇ ਜਾ ਸਕਦੇ ਆ? ਉਹ ਤਾਂ ਇਹਨਾਂ ਨੇ ਵਾਅਦੇ ਇੱਕ ਵਾਅਦਾ ਜ਼ਰੂਰ ਪੂਰਾ ਕੀਤਾ, ਜਿਹੜਾ ਦਿੱਲੀ ਦਰਬਾਰ 'ਚ ਇੱਕ ਦਿਨ ਮੱਥਾ ਟੇਕਣ ਜਾਂਦਾ ਸੀ, ਇਹ 3 ਦਿਨ ਕਰਤੇ ਆ। ਹਫ਼ਤੇ 'ਚ ਮਹੀਨੇ 'ਚ 15 ਦਿਨ ਦੇ ਦਿੱਲੀ ਦਰਬਾਰ 'ਚ ਬੈਠੇ ਰਹਿੰਦੇ, ਉੱਥੇ ਹਾਜ਼ਰੀ ਵਧਾਤੀ ਹੈ। ਜਦੋਂ ਕੁਰਸੀਆਂ ਇਹਨਾਂ ਦੀਆਂ ਮਿਲਦੀਆਂ ਜਾਂਦੀਆਂ ਨੇ, ਇਹਨਾਂ ਤੋਂ ਆਸ ਹੀ ਨਾ ਰੱਖ ਸਕਿਓ। ਇਹ ਤਾਂ ਸਵਾਏ ਗੁੰਮਰਾਹ ਕਰਨ ਤੋਂ ਕਾਂਗਰਸ ਪਾਰਟੀ ਪੰਜਾਬੀ ਦੇ ਨਾਲ ਧੋਖਾ ਕਰਨ ਤੋਂ ਸਵਾਏ ਕੁਝ ਦੇ ਹੀ ਨਹੀਂ ਸਕਦੀ ਪੰਜਾਬ ਨੂੰ। ਸਿੱਧੂ ਦੁਆਰਾ ਬਾਰ-ਬਾਰ ਕਦੀ ਟਵੀਟ ਕੀਤੇ ਜਾਂਦੇ, ਚਿੱਠੀਆਂ ਲਿਖੀਆਂ ਜਾਂਦੀਆਂ, ਔਰ ਰਾਹੁਲ ਗਾਂਧੀ ਦੁਆਰਾ ਪਿਛਲੇ ਦਿਨੀ ਇੱਕ ਬਿਆਨ ਹੁੰਦਾ ਆ ਕਿ ਜੇਕਰ ਕਿਸੇ ਨੇ ਗੱਲ ਕਰਨੀ ਉਹ ਪਾਰਟੀ ਪਲੇਟਫਾਰਮ ਦੇ ਅਣਗੇ ਕਰੇ, ਨਾ ਕਿ ਉਹ ਮੀਡੀਆ ਦੇ ਵਿੱਚ ਜਾ ਕੇ ਗੱਲ ਕਰੇ। ਕੀ ਕਹਿਣਾ ਚਾਹੁੰਦੇ ਹੋ? ਇਹ ਇਹਨਾਂ ਦੀ ਪਾਰਟੀ ਦੀ ਸੋਚ ਹੈ, ਆਪਾਂ ਉੱਥੇ ਕੀ ਕਰ ਸਕਦੇ ਹਾਂ। ਇਹਦੇ ਅੱਗੇ ਪੌਣੇ 5 ਸਾਲ ਕੈਪਟਨ ਸਾਹਿਬ ਖਾ ਗਏ ਆ। ਜਿਹੜੇ 3-4 ਮਹੀਨੇ ਆ, ਇਹਨਾਂ ਨੇ ਦਿੱਲੀ ਦਰਬਾਰ ਦੇ ਕਿਲੋਮੀਟਰ ਨਾਪਦੇ ਕੱਢ ਦੇਣੇ ਆ, ਅਤੇ ਪੰਜਾਬ ਦਾ ਇਹਨਾਂ ਨੇ ਕੀ ਕਰਨਾ ਸਵਾਏ ਇਹ ਜਿਹੜੀ ਸੇਵਾ ਵੀ ਪਰਮਾਤਮਾ ਵੱਲੋਂ ਮਿਲਦੀ ਆ, ਸੇਵਾ ਵੀ ਉਹਨੂੰ ਮਿਲ ਜਿਹਦੇ ਕਰਨੀ ਹੁੰਦੀ ਹੈ। ਇਹਨਾਂ ਨੇ ਪੌਣੇ 5 ਸਾਲ ਕੈਪਟਨ ਨੇ ਨਹੀਂ ਕੁਛ ਕੀਤਾ। ਜਿਹੜੇ 6 ਮਹੀਨਿਆਂ 'ਚ ਹੋਰ 1.5-2 ਮਹੀਨੇ ਕੋਡ ਲੱਗ ਜਾਣਾ ਅਤੇ ਬੇੜਾ ਗਰਕ ਹੋ ਜਾਣਾ ਇਹਨਾਂ ਦਾ। ਇਹਨਾਂ ਕਰਨਾ ਹੀ ਕੱਖ ਨਹੀਂ ਸਵਾਏ ਝੂਟੇ ਲੈਣ ਤੋਂ। ਸੋ ਇਹ ਸਨ ਸਾਡੇ ਨਾਲ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਦੇ ਸਾਡੇ ਨਾਲ ਗੱਲਬਾਤ ਕੀਤੀ ਹੈ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ TV ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਅਰੋੜਾ।